ਜੇ ਸੀਐਮ ਸਾਹਿਬ ਨੇ ਬਿਜਲੀ ਦੀ ਕਿੱਲਤ ਨੂੰ ਬਚਾਉਣਾ ਹੈ, ਰੋਕਣਾ ਹੈ, ਤਾਂ ਉਹਦੇ ਲਈ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਬਿਜਲੀ ਪੈਦਾ ਕਰਨ ਦੇ ਸਰੋਤਾਂ ਵਿੱਚ ਵਾਧਾ ਕਰਨ ਤੇ ਜਿਹੜੇ ਥਰਮਲ ਪਲਾਂਟ ਨੇ ਬਿਜਲੀ ਪੈਦਾ ਕਰਨ ਵਾਲੇ ਉਹਨਾਂ ਨੂੰ ਚਾਲੂ ਕਰਨ ਤੇ ਉਹਨਾਂ ਦੇ ਵਿੱਚ ਜਿਹੜੀ ਕੋਲੇ ਦੀ ਸਪਲਾਈ ਆ ਉਹਨੂੰ ਨਿਰਵਿਘਨ ਜਾਰੀ ਰੱਖਣ, ਨਾ ਕਿ ਬਿਜਲੀ ਦੇ ਸੰਕਟ ਤੋਂ ਬਚਣ ਲਈ ਸਰਕਾਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਵੇ। ਇੱਕ ਮਹਿਲਾ ਕਰਮਚਾਰੀ ਵਿਵੇਕ ਜੀ, ਜਿਹਦੇ 2 ਬੱਚੇ ਨੇ, ਉਹਨੇ ਆਪਣੇ ਬੱਚਿਆਂ ਨੂੰ ਵੀ ਸਕੂਲ ਭੇਜਣਾ, ਉਹਨਾਂ ਨੂੰ ਟਿਫਨ ਰੈਡੀ ਕਰਕੇ ਦੇਣੇ, ਆਪਣੇ ਹਸਬੈਂਡ ਨੂੰ ਭੇਜਣਾ, ਔਰ ਉਹ 4 ਵਜੇ ਉੱਠ ਕੇ ਸਾਰਾ ਆਪਣਾ ਕਿਚਨ ਨੂੰ ਨਿਬੇੜ ਕੇ ਤੇ ਉਹਨੂੰ 7:30 ਵਜੇ ਦਫ਼ਤਰ ਪਹੁੰਚਣਾ ਬੜਾ ਮੁਸ਼ਕਲ ਹੈਗਾ ਹੈ। ਸੋ ਇਹਦੇ ਲਈ ਮਾਨ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਵੀ ਸਾਹਮਣੇ ਰੱਖ ਕੇ ਜਿਹੜੇ ਇਦਾਂ ਦੇ ਫੈਸਲੇ ਲਏ ਜਾਣ। ਤੁਸੀਂ ਮਹਿਲਾਵਾਂ ਦੀ ਗੱਲ ਕੀਤੀ ਤਾਂ ਅਸੀਂ 1-2 ਮਹਿਲਾ ਅਧਿਕਾਰੀਆਂ ਨਾਲ ਜ਼ਰੂਰ ਗੱਲ ਕਰੀ ਸੀ ਤਾਂ ਉਹਨਾਂ ਨੇ ਵੀ ਕਿਹਾ ਇਹ ਜ਼ਰੂਰ ਕਿਹਾ ਕਿ ਬੇਸ਼ੱਕ ਸਾਨੂੰ ਤਕਲੀਫਾਂ ਆ ਰਹੀਆਂ ਨੇ ਪਰ ਡਿਊਟੀ ਦਾ ਡਿਊਟੀ ਹੈ ਤੇ ਸਰਕਾਰ ਦੇ ਹੁਕਮ ਦਾ ਹੁਕਮ ਨੇ। ਕਰਮਚਾਰੀ ਸਿੱਧੇ ਉਹ ਆਪਣੇ ਕਿਸੇ ਕਾਲਜ ਜਾਂ ਜਿਹੜੇ ਵੀ ਸਕੂਲ ਜਾਂ ਜਿਹੜੀ ਵੀ ਸੰਸਥਾ ਦੇ ਵਿੱਚ ਇਲੈਕਸ਼ਨ ਦੀਆਂ ਮਸ਼ੀਨਾਂ ਦੀ ਤਿਆਰੀ ਹੋ ਰਹੀ ਹੈ ਉੱਥੇ ਪਹੁੰਚ ਗਏ ਆ ਤੇ ਫਿਰ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਦੀ ਸੀਟਾਂ ਦੀਆਂ ਫੋਟੋਆਂ ਖਿੱਚ ਕੇ ਉਹਨਾਂ ਨੂੰ ਗੈਰ ਹਾਜ਼ਰ ਸਾਬਤ ਕਰਨਾ ਇਹ ਬਿਲਕੁਲ ਗਲਤ ਆ। ਜੇ ਸਰਕਾਰ ਗੱਲ ਕਰਦੀ ਹੈ ਕਿ ਬਿਜਲੀ ਬਚਾਉਣੀ ਹੈ ਤੇ ਦੇਖੋ, ਜੇ ਵਿਵੇਕ ਜੀ ਸਾਡੇ ਨਾਲ ਐਮਏ ਬ੍ਰਾਂਚ ਆ, ਜੇ ਤੁਸੀਂ ਜਾ ਕੇ ਦੇਖੋ ਤੇ ਐਮਏ ਬ੍ਰਾਂਚ ਦੇ ਵਿੱਚ ਇੱਕ ਏਸੀ ਲੱਗਿਆ ਹੋਇਆ ਔਰ ਉਹਦੇ ਵਿੱਚ 10 ਮੁਲਾਜ਼ਮ ਕੰਮ ਕਰ ਰਹੇ ਆ। ਜਦੋਂ ਉਹ 10 ਮੁਲਾਜ਼ਮ 2 ਵਜੇ ਛੁੱਟੀ ਕਰਕੇ ਤਿੱਖੜ ਦੁਪਹਿਰ ਦੇ ਵਿੱਚ ਆਪਣੇ ਘਰਾਂ ਨੂੰ ਜਾਣਗੇ ਤੇ ਇੱਥੇ ਤਾਂ 10 ਮੁਲਾਜ਼ਮ ਇੱਕ ਏਸੀ 'ਚ ਬੈਠੇ ਸੀਗੇ, ਜਦੋਂ ਆਪਣੇ ਘਰਾਂ ਨੂੰ ਜਾਣਗੇ ਤੇ ਉਹ 10 ਏਸੀ ਚੱਲਣਗੇ। ਜਿੱਥੇ ਇੱਕ ਆਮ ਜਨਤਾ ਜਾਂ ਸੀਐਮ ਸਾਹਿਬ ਜਾਂ ਸਾਡੇ ਮਿਨਿਸਟਰ ਜਾਂ ਸਾਡੇ ਐਮਐਲਏ ਸਾਹਿਬਾਨ ਆਪਣੇ ਘਰਾਂ ਤੋਂ ਨਿਕਲਣ ਤੋਂ ਬਾਹਰ ਡਰਦੇ ਸੀਗੇ, ਇਵਨ ਕਿ ਉਹਨਾਂ ਨੇ ਆਪਣੇ ਆਪ ਨੂੰ ਝੂਠੇ ਕਰੋਨੇ ਵੀ ਕਰਾ ਲਏ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਦੇ ਡੀਸੀ ਦਫ਼ਤਰ ਦੇ ਵਿੱਚ। ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ। 2 ਮਈ ਤੋਂ ਦਫ਼ਤਰਾਂ ਦਾ ਸਮਾਂ ਜਿਹੜਾ ਹੈ ਸਵੇਰੇ 7:30 ਵਜੇ ਤੋਂ 2 ਵਜੇ ਤੱਕ ਦਾ ਕਰ ਦਿੱਤਾ ਗਿਆ, ਪਰ ਉੱਥੇ ਹੀ ਜਿੱਥੇ ਕੁਝ ਮੀਡੀਆ ਅਦਾਰੇ ਇਹਨਾਂ ਸਭ ਨੂੰ ਇੱਕ ਮਾੜੀ ਨਿਗਾਹ ਨਾਲ ਦਿਖਾ ਰਹੇ ਨੇ ਕਿ ਥੋੜ੍ਹਾ ਕਰਮਚਾਰੀਆਂ ਦੇ ਅਕਸ਼ ਨੂੰ ਖਰਾਬ ਕਰ ਰਹੇ ਨੇ ਕਿ ਕਿਵੇਂ ਅਧਿਕਾਰੀ ਜਿਹੜਾ ਨੇ ਸਮੇਂ ਸਿਰ ਪਹੁੰਚ ਨਹੀਂ ਰਹੇ ਜਾਂ ਆਪਣੀ ਡਿਊਟੀ ਦੇ ਉੱਤੇ ਗੈਰ ਹਾਜ਼ਰ ਨੇ। ਸੋ ਇਸ ਬਾਬਤ ਗੱਲਬਾਤ ਕਰਨ ਦੇ ਲਈ, ਕਰਮਚਾਰੀਆਂ ਦੀ ਪਰੇਸ਼ਾਨੀ ਜਾਣਨ ਦੇ ਲਈ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਡੀਸੀ ਦਫ਼ਤਰ ਦੇ ਵਿੱਚ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਜੀ। ਸਰ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇਜਿੰਦਰ ਜੀ ਸਕਾਈ ਨਿਊਜ਼ ਪੰਜਾਬ ਦਾ। ਧੰਨਵਾਦ ਹੈ ਜੀ ਵਿਵੇਕ ਜੀ ਤੁਹਾਡਾ। ਪਹਿਲਾਂ ਤਾਂ ਮੈਂ ਇਹੀ ਸਵਾਲ ਲੈਣਾ ਚਾਹੂੰਗਾ ਕਿ ਤੁਸੀਂ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਨੂੰ ਕਿਵੇਂ ਦੇਖਦੇ ਹੋ ਕਿ 7:30 ਵਜੇ ਤੋਂ ਦਫ਼ਤਰ ਦਾ ਸਮਾਂ ਲਾਤਾ ਗਿਆ ਆ ਤਾਂ ਕਿ ਲੋਕ ਜਿਹੜਾ ਆ ਠੰਡੇ ਕੰਮ ਕਰਕੇ ਵਾਪਸ ਚਲੇ ਜਾਣ, ਉਹਨਾਂ ਨੂੰ ਜ਼ਿਆਦਾ ਖੱਜਲ ਖੁਆਰੀ ਨਾ ਹੋਵੇ ਤੇ ਬਿਜਲੀ ਵੀ ਬਚ ਸਕੇ। ਦੇਖੋ, ਸੀਐਮ ਸਾਹਿਬ ਵੱਲੋਂ ਜਿਹੜੇ ਹੁਕਮ ਕੀਤੇ ਗਏ ਆ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਕਿੱਲਤ ਨੂੰ ਦੇਖਦੇ ਹੋਏ ਦਫ਼ਤਰਾਂ ਦਾ ਜਿਹੜਾ ਸਮਾਂ ਹੈ ਉਹ 7:30 ਵਜੇ ਤੋਂ 2 ਵਜੇ ਤੱਕ ਕਰ ਦਿੱਤਾ ਹੈ। ਦੇਖੋ, ਅਜੇ ਤਾਂ ਵੈਸੇ ਹੀ ਬਰਸਾਤ ਵਾਲਾ ਮੌਸਮ ਚੱਲ ਰਿਹਾ ਹੈ ਤੇ ਅਜੇ ਗਰਮੀ ਵੈਸੇ ਹੈ ਨਹੀਂ। ਜੇ ਸੀਐਮ ਸਾਹਿਬ ਨੇ ਬਿਜਲੀ ਦੀ ਕਿੱਲਤ ਨੂੰ ਬਚਾਉਣਾ ਹੈ, ਰੋਕਣਾ ਹੈ, ਤਾਂ ਉਹਦੇ ਲਈ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਬਿਜਲੀ ਪੈਦਾ ਕਰਨ ਦੇ ਸਰੋਤਾਂ ਵਿੱਚ ਵਾਧਾ ਕਰਨ ਤੇ ਜਿਹੜੇ ਥਰਮਲ ਪਲਾਂਟ ਨੇ ਬਿਜਲੀ ਪੈਦਾ ਕਰਨ ਵਾਲੇ ਉਹਨਾਂ ਨੂੰ ਚਾਲੂ ਕਰਨ ਤੇ ਉਹਨਾਂ ਦੇ ਵਿੱਚ ਜਿਹੜੀ ਕੋਲੇ ਦੀ ਸਪਲਾਈ ਆ ਉਹਨੂੰ ਨਿਰਵਿਘਨ ਜਾਰੀ ਰੱਖਣ, ਨਾ ਕਿ ਬਿਜਲੀ ਦੇ ਸੰਕਟ ਤੋਂ ਬਚਣ ਲਈ ਸਰਕਾਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਵੇ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ ਵੀ 7:30 ਵਜੇ ਤੁਸੀਂ ਦਫ਼ਤਰ ਆ ਜਾਓ ਤੇ 2 ਵਜੇ ਘਰ ਜਾਓ। ਇੱਕ ਮਹਿਲਾ ਕਰਮਚਾਰੀ ਵਿਵੇਕ ਜੀ, ਜਿਹਦੇ 2 ਬੱਚੇ ਨੇ, ਉਹਨੇ ਆਪਣੇ ਬੱਚਿਆਂ ਨੂੰ ਵੀ ਸਕੂਲ ਭੇਜਣਾ, ਉਹਨਾਂ ਨੂੰ ਟਿਫਨ ਰੈਡੀ ਕਰਕੇ ਦੇਣੇ, ਆਪਣੇ ਹਸਬੈਂਡ ਨੂੰ ਭੇਜਣਾ, ਔਰ ਉਹ 4 ਵਜੇ ਉੱਠ ਕੇ ਸਾਰਾ ਆਪਣਾ ਕਿਚਨ ਨੂੰ ਨਿਬੇੜ ਕੇ ਤੇ ਉਹਨੂੰ 7:30 ਵਜੇ ਦਫ਼ਤਰ ਪਹੁੰਚਣਾ ਬੜਾ ਮੁਸ਼ਕਲ ਹੈਗਾ ਹੈ। ਸੋ ਇਹਦੇ ਲਈ ਮਾਨ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਵੀ ਸਾਹਮਣੇ ਰੱਖ ਕੇ ਜਿਹੜੇ ਇਦਾਂ ਦੇ ਫੈਸਲੇ ਲਏ ਜਾਣ। ਤੁਸੀਂ ਮਹਿਲਾਵਾਂ ਦੀ ਗੱਲ ਕੀਤੀ ਤਾਂ ਅਸੀਂ 1-2 ਮਹਿਲਾ ਅਧਿਕਾਰੀਆਂ ਨਾਲ ਜ਼ਰੂਰ ਗੱਲ ਕਰੀ ਸੀ ਤਾਂ ਉਹਨਾਂ ਨੇ ਵੀ ਕਿਹਾ ਇਹ ਜ਼ਰੂਰ ਕਿਹਾ ਕਿ ਬੇਸ਼ੱਕ ਸਾਨੂੰ ਤਕਲੀਫਾਂ ਆ ਰਹੀਆਂ ਨੇ ਪਰ ਡਿਊਟੀ ਦਾ ਡਿਊਟੀ ਹੈ ਤੇ ਸਰਕਾਰ ਦੇ ਹੁਕਮ ਦਾ ਹੁਕਮ ਨੇ। ਪਰ ਜੇਕਰ ਉੱਥੇ ਮੈਂ ਮਹਿਲਾ ਤੋਂ ਹਟ ਕੇ ਜੇਕਰ ਮੈਂ ਦੂਸਰੇ ਜੈਂਟਸ ਕੈਟੇਗਰੀ ਦੀ ਵੀ ਗੱਲ ਕਰਾਂ ਤਾਂ ਜੇਕਰ ਦੇਖਿਆ ਜਾਵੇਗਾ ਮਿਡਲ ਕਲਾਸ ਫੈਮਲੀਜ਼ ਜਿਹੜੀਆਂ ਹੁੰਦੀਆਂ ਨੇ ਤਾਂ ਘਰ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਪਿਓ ਨੇ ਵੀ ਬਾਹਰ ਜਾਣਾ ਹੈ, ਪੁੱਤ ਨੇ ਸਕੂਲ ਜਾਣਾ ਹੈ, ਮਾਂ ਨੇ ਵੀ ਦਫ਼ਤਰ ਜਾਣਾ ਹੈ। ਸੋ ਰੁਝੇਵੇਂ ਇੰਨੇ ਹੁੰਦੇ ਨੇ। ਪਰ ਉੱਥੇ ਜੇਕਰ ਹੁਣ ਮੈਂ ਦੂਸਰਾ ਐਂਗਲ ਲਵਾਂ ਕਿ ਜਿੱਦਾਂ ਦੇ ਹੁਕਮ ਨੇ ਤੇ ਮੀਡੀਆ ਅਦਾਰੇ ਵੀ ਉਹਨੂੰ ਦਿਖਾ ਰਹੇ ਨੇ, ਕਵਰ ਕਰ ਰਹੇ ਨੇ ਕਿ ਜੀ 10 ਮਿੰਟ ਲੇਟ ਨੇ, 20 ਮਿੰਟ ਲੇਟ ਨੇ, ਤੁਸੀਂ
ਕੋਈ ਅਪੀਲ ਕਰਨਾ ਚਾਹੋਗੇ ਜਾਂ ਕੁਝ ਹੋਰ ਕਿਉਂਕਿ ਤਕਲੀਫਾਂ ਤਾਂ ਹੁੰਦੀਆਂ ਨੇ ਤੇ ਅਸੀਂ ਸੋਚ ਰਹੇ ਹਾਂ ਕਿ ਕਰਮਚਾਰੀਆਂ ਦੀ ਤਕਲੀਫਾਂ ਵੀ ਇੱਕ ਵਾਰੀ ਜਾਣ ਲਈਏ। ਦੇਖੋ ਜੀ, ਜਲੰਧਰ ਦੇ ਵਿੱਚ ਵੈਸੇ ਹੀ ਇਸ ਵੇਲੇ ਜਿਮਨੀ ਚੋਣ ਚੱਲ ਰਿਹਾ ਤੇ ਜਿਹੜੀ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਸੰਸਕਾਰ ਵਾਲੇ ਦਿਨ ਛੁੱਟੀ ਕੀਤੀ ਗਈ ਸੀ। ਡੀਸੀ ਦਫ਼ਤਰ ਜਲੰਧਰ ਦੇ ਕਰਮਚਾਰੀ ਉਸ ਦਿਨ ਵੀ ਪੂਰਾ ਦਫ਼ਤਰ 'ਚ ਬੈਠ ਕੇ ਵੋਟਾਂ ਦਾ ਕੰਮ ਕਰਦੇ ਰਹੇ ਔਰ ਜਿਹੜੀ 1 ਮਈ ਦੀ ਲੇਬਰ ਡੇ ਦੀ ਛੁੱਟੀ ਹੋਈ ਹੈ ਉਸ ਦਿਨ ਵੀ ਸਾਡਾ ਜਿਹੜਾ ਅਮਲਾ ਸੀ ਸਾਰਾ ਉਹ ਵੋਟਾਂ ਦੇ ਕੰਮ 'ਚ ਲੱਗਿਆ ਹੋਇਆ ਸੀਗਾ। ਔਰ ਕੱਲ ਵੀ ਮਤਲਬ ਜੇ ਸੀਐਮ ਸਾਹਿਬ ਨੇ ਦਫ਼ਤਰਾਂ ਦਾ ਸਮਾਂ 7:30 ਵਜੇ ਕਰ ਦਿੱਤਾ ਹੈ ਪਰ ਸਾਡਾ ਤਕਰੀਬਨ 50% ਸਟਾਫ ਖਾਲਸਾ ਕਾਲਜ ਜਾਂ ਹੋਰ ਜਿਹੜੇ ਵੀ ਸੰਸਥਾਨ ਜਿੱਥੇ ਵੋਟਾਂ ਦੀਆਂ ਈਵੀਐਮ ਮਸ਼ੀਨਾਂ ਦੀ ਤਿਆਰੀ ਹੋ ਰਹੀ ਹੈ ਜਾਂ ਉੱਥੇ ਵੋਟਾਂ ਦੇ ਜਿਹੜੇ ਸਮੱਗਰੀ ਦੀ ਕਿੱਟਾਂ ਦੀ ਤਿਆਰੀ ਹੋ ਰਹੀ ਹੈ ਉਹ ਸਟਾਫ ਸਾਡਾ 7 ਵਜੇ ਸਿੱਧਾ ਹੀ ਉੱਥੇ ਪਹੁੰਚਿਆ ਹੋਇਆ ਸੀਗਾ ਕਿਉਂਕਿ ਸਾਡੇ ਅਧਿਕਾਰੀ ਸਾਹਿਬਾਨ ਵੱਲੋਂ ਸਾਰੇ ਸਟਾਫ ਨੂੰ ਪਹਿਲਾਂ ਤੋਂ ਹੀ ਇਹ ਹੁਕਮ ਸੀਗੇ ਕਿ ਤੁਸੀਂ ਇੰਨੇ ਵਜੇ ਜਿਹੜਾ ਉੱਥੇ ਜਿੱਥੇ ਇਲੈਕਸ਼ਨ ਦਾ ਮਟੀਰੀਅਲ ਤਿਆਰ ਹੋ ਗਿਆ ਉੱਥੇ ਪਹੁੰਚਣਾ ਹੈ। ਜੇ ਉਹਨਾਂ ਹਾਲਾਤਾਂ ਦੇ ਵਿੱਚ ਕਰਮਚਾਰੀ ਸਿੱਧੇ ਉਹ ਆਪਣੇ ਕਿਸੇ ਕਾਲਜ ਜਾਂ ਜਿਹੜੇ ਵੀ ਸਕੂਲ ਜਾਂ ਜਿਹੜੀ ਵੀ ਸੰਸਥਾ ਦੇ ਵਿੱਚ ਇਲੈਕਸ਼ਨ ਦੀਆਂ ਮਸ਼ੀਨਾਂ ਦੀ ਤਿਆਰੀ ਹੋ ਰਹੀ ਹੈ ਉੱਥੇ ਪਹੁੰਚ ਗਏ ਆ ਤੇ ਫਿਰ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਦੀ ਸੀਟਾਂ ਦੀਆਂ ਫੋਟੋਆਂ ਖਿੱਚ ਕੇ ਉਹਨਾਂ ਨੂੰ ਗੈਰ ਹਾਜ਼ਰ ਸਾਬਤ ਕਰਨਾ ਇਹ ਬਿਲਕੁਲ ਗਲਤ ਆ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਮੀਡੀਆ ਨੂੰ ਵੀ ਇਹ ਗੁਜ਼ਾਰਿਸ਼ ਵੀ ਕਰਦਾ ਹਾਂ ਵੀ ਅੱਗੇ ਤੋਂ ਵੀ ਤੁਸੀਂ ਜਿਹੜਾ ਹੈਗਾ ਆ ਕਰਮਚਾਰੀਆਂ ਦੇ ਐਕਸ ਨੂੰ ਖਰਾਬ ਕਰਨ ਲਈ ਜਿਹੜਾ ਇਦਾਂ ਦਾ ਵਤੀਰਾ ਬਿਲਕੁਲ ਨਾ ਕਰੋ। ਆਪਣਾ ਭਾਈਚਾਰਾ ਬਣਾ ਕੇ ਰੱਖੋ ਔਰ ਜੋ ਸੱਚਾਈ ਹੈ ਉਹਦੇ ਤੋਂ ਸਰਕਾਰ ਨੂੰ ਜਾਣੂ ਕਰਾਓ ਤੇ ਆਮ ਜਨਤਾ ਨੂੰ ਜਾਣੂ ਕਰਾਓ। ਜੇ ਸਰਕਾਰ ਗੱਲ ਕਰਦੀ ਹੈ ਕਿ ਬਿਜਲੀ ਬਚਾਉਣੀ ਹੈ ਤੇ ਦੇਖੋ ਜੇ ਵਿਵੇਕ ਜੀ ਸਾਡੇ ਨਾਲ ਐਮਏ ਬ੍ਰਾਂਚ ਆ ਜੇ ਤੁਸੀਂ ਜਾ ਕੇ ਦੇਖੋ ਤੇ ਐਮਏ ਬ੍ਰਾਂਚ ਦੇ ਵਿੱਚ ਇੱਕ ਏਸੀ ਲੱਗਿਆ ਹੋਇਆ ਔਰ ਉਹਦੇ ਵਿੱਚ 10 ਮੁਲਾਜ਼ਮ ਕੰਮ ਕਰ ਰਹੇ ਆ। ਜਦੋਂ ਉਹ 10 ਮੁਲਾਜ਼ਮ 2 ਵਜੇ ਛੁੱਟੀ ਕਰਕੇ ਤਿੱਖੜ ਦੁਪਹਿਰ ਦੇ ਵਿੱਚ ਆਪਣੇ ਘਰਾਂ ਨੂੰ ਜਾਣਗੇ ਤੇ ਇੱਥੇ ਤਾਂ 10 ਮੁਲਾਜ਼ਮ ਇੱਕ ਏਸੀ 'ਚ ਬੈਠੇ ਸੀਗੇ ਜਦੋਂ ਆਪਣੇ ਘਰਾਂ ਨੂੰ ਜਾਣਗੇ ਤੇ ਉਹ 10 ਏਸੀ ਚੱਲਣਗੇ ਤੇ ਉਹਦੇ ਨਾਲ ਬਿਜਲੀ ਦੀ ਖਪਤ ਹੋਏਗੀ ਜ਼ਿਆਦਾ ਨਾ ਕਿ ਬਚੇਗੀ। ਸੋ ਇਦਾਂ ਦੇ ਫੈਸਲੇ ਜਿਹੜੇ ਆ ਉਹ ਸਰਕਾਰ ਨੂੰ ਸੋਚ ਸਮਝ ਕੇ ਕਰਨੇ ਚਾਹੀਦੇ ਆ। ਸਰਕਾਰੀ ਮੁਲਾਜ਼ਮ ਉਹ ਸਰਕਾਰ ਦੀ ਰੀੜ੍ਹ ਦੀ ਹੱਡੀ ਨੇ। ਕਰੋਨਾ ਕਾਲ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਆ ਕੇ ਸਾਰਾ ਜਿਹੜਾ ਉਸ ਸਥਿਤੀ ਨੂੰ ਨਜਿੱਠਿਆ ਆਪਣੀ ਜਾਨ ਜੋਖਮ 'ਚ ਪਾਈ ਜਿੱਥੇ ਇੱਕ ਆਮ ਜਨਤਾ ਜਾਂ ਸੀਐਮ ਸਾਹਿਬ ਜਾਂ ਸਾਡੇ ਮਿਨਿਸਟਰ ਜਾਂ ਸਾਡੇ ਐਮਐਲਏ ਸਾਹਿਬਾਨ ਆਪਣੇ ਘਰਾਂ ਤੋਂ ਨਿਕਲਣ ਤੋਂ ਬਾਹਰ ਡਰਦੇ ਸੀਗੇ। ਇਵਨ ਕਿ ਉਹਨਾਂ ਨੇ ਆਪਣੇ ਆਪ ਨੂੰ ਝੂਠੇ ਕਰੋਨੇ ਵੀ ਕਰਾ ਲਏ ਵੀ ਸਾਨੂੰ ਘਰੋਂ ਨਾ ਨਿਕਲਣਾ ਪਵੇ ਵੀ ਸਾਨੂੰ ਕਰੋਨਾ ਹੋਇਆ ਤੇ ਉੱਥੇ ਸਾਡੇ ਮੁਲਾਜ਼ਮ ਆ ਕੇ ਮਤਲਬ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦੇ ਨਾਲ ਨਜਿੱਠਦੇ ਰਹੇ ਆ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਅਪੀਲ ਆ ਕਿ ਜਿਹੜਾ ਤੁਸੀਂ ਸਮਾਂ ਕੀਤਾ ਆ ਜੇ ਕੋਈ ਸਰਕਾਰ ਇਹ ਟ੍ਰਾਇਲ ਕਰਨਾ ਚਾਹੁੰਦੀ ਹੈ ਤੇ ਟ੍ਰਾਇਲ 'ਚ ਇਹ ਸਰਕਾਰ ਫੇਲ ਹੈ ਕਿਉਂਕਿ ਟ੍ਰਾਇਲ ਜੇ ਦੇਖੋ ਜਾਵੇ ਵੈਸੇ ਹੀ ਇਸ ਵੇਲੇ ਬਰਸਾਤੀ ਮੌਸਮ ਹੈ ਕੋਈ ਗਰਮੀ ਦਾ ਸੀਜ਼ਨ ਹੈ ਹੀ ਨਹੀਂ। ਜੇ ਕਿਤੇ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਸੀਐਮ ਸਾਹਿਬ ਨੇ ਕੋਈ ਬਿਜਲੀ ਦੇ ਪ੍ਰਬੰਧਾਂ ਨੂੰ ਮੁੱਖ ਰੱਖਦੇ ਫੈਸਲਾ ਲੈਣਾ ਹੈ ਤੇ ਉਹ ਜੂਨ ਦੇ ਮਿਡ ਦੇ ਵਿੱਚ ਜਾ ਕੇ ਕੋਈ 10-15 ਦਿਨ ਲਈ ਸਮਾਂ ਚੇਂਜ ਕਰ ਸਕਦੇ ਆ। ਲਗਾਤਾਰ 2.5 ਮਹੀਨੇ ਦਾ ਸਮਾਂ ਜਿਹੜਾ 7:30 ਵਜੇ ਤੋਂ ਕਰ ਦੇਣਾ ਉਹ ਬੜਾ ਗਲਤ ਹੈ। ਨਾਲ ਦੀ ਨਾਲ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਹੈ ਕਿ ਅੱਜ ਮੇਰੇ ਧਿਆਨ 'ਚ ਹੈ ਕਿ ਜਿਹੜੇ ਸਾਡੇ ਕੋਈ ਮੁਲਾਜ਼ਮ ਬਾਹਰੋਂ ਆਉਂਦੇ ਆ ਉਹ ਜਦੋਂ ਕੋਈ ਮੁਲਾਜ਼ਮ 60 ਕਿਲੋਮੀਟਰ ਤੋਂ ਆ ਰਿਹਾ ਹੈ ਜੇ ਉਹ 4 ਵਜੇ ਉੱਠ ਕੇ ਉੱਥੋਂ ਚੱਲੇਗਾ ਫਿਰ ਉਹ 7 ਵਜੇ ਦਫ਼ਤਰ ਪਹੁੰਚੇਗਾ। ਉਸ ਤੋਂ ਬਾਅਦ ਵਿੱਚ ਜਦੋਂ ਉਹ ਰਸਤੇ 'ਚ ਗੱਡੀ ਚਲਾ ਕੇ ਆ ਰਿਹਾ ਤੇ ਉਹ ਮੁਲਾਜ਼ਮਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਸਾਨੂੰ ਰਸਤੇ ਵਿੱਚ ਗੱਡੀ ਚਲਾਉਂਦਿਆਂ ਨੀਂਦ ਦੇ ਝੋਕੇ ਆਉਂਦੇ ਰਹੇ ਕਿਉਂਕਿ ਉਹ ਸਵੇਰੇ 4 ਵਜੇ ਉੱਠੇ ਹੋਏ ਆ ਤੇ ਜੇ ਰਸਤੇ 'ਚ ਗੱਡੀ ਚਲਾਉਂਦੇ ਆ ਉਹਨਾਂ ਦਾ ਕਿਤੇ ਐਕਸੀਡੈਂਟ ਹੋ ਜਾਏ ਤੇ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਸੋ 9 ਵਜੇ ਦਾ ਸਮਾਂ ਬਹੁਤ ਵਧੀਆ ਹੈ। 9 ਤੋਂ 5 ਦਾ ਸਮਾਂ ਜਿਹੜਾ ਉਹੀ ਮਤਲਬ ਸਰਕਾਰ ਨੂੰ ਰੱਖਣਾ ਚਾਹੀਦਾ ਹੈ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ। ਤੁਸੀਂ ਜੇ ਮੁਲਾਜ਼ਮਾਂ ਦੀਆਂ ਤਕਲੀਫਾਂ ਤਾਂ ਦੱਸੀਆਂ ਉੱਥੇ ਹੀ ਜੇਕਰ ਸੀਐਮ ਸਾਹਿਬ ਦਾ ਬਿਆਨ ਸੁਣੀਏ ਉਹ ਕਹਿ ਰਹੇ ਕਿ ਆਮ ਲੋਕ ਇਹ ਤੋਂ ਜ਼ਰੂਰ ਖੁਸ਼ ਹੋਊਗੇ ਪਰ ਤੇਜਿੰਦਰ ਜੀ ਮੈਨੂੰ ਲੱਗਦਾ ਸਵਾਲ ਲੈ ਲੈਣਾ ਜ਼ਰੂਰੀ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਹਿਸੀਲ ਹੋਵੇ ਜਾਂ ਫਿਰ ਹੋਰ ਸਰਕਾਰੀ ਅਦਾਰੇ ਹੋਣ ਲੋਕਾਂ ਨੂੰ ਹੁਣ ਆਦਤ ਵੀ ਹੋ ਚੁੱਕੀ ਹੈ ਕਿ 10 ਵਜੇ ਜਾਵਾਂਗੇ 11 ਵਜੇ ਜਾਵਾਂਗੇ 1-2 ਵਜੇ ਲੰਚ ਟਾਈਮ ਹੁੰਦਾ ਹੈ ਨਾ ਸੋ ਉਸ ਤੋਂ ਬਾਅਦ ਜਾਵਾਂਗੇ ਤਾਂ ਕੰਮ ਹੋ ਜਾਏਗਾ 11-12 ਵਜੇ ਅਸੀਂ ਪਹੁੰਚਾਂਗੇ ਤਾਂ ਕੰਮ ਹੋ ਜਾਏਗਾ। ਸੋ ਜੇਕਰ ਉੱਥੇ ਦੂਸਰੇ ਪਾਸੇ ਮੈਂ ਗੱਲ ਕਰਾਂ ਕਿ ਦੂਰ ਦਰਾਡੇ ਪਿੰਡਾਂ ਤੋਂ ਵੀ ਲੋਕ ਆਉਂਦੇ ਨੇ ਕਈਆਂ ਕੋਲ ਆਪਣਾ ਕਨਵੀਨੀਅੰਸ ਨਹੀਂ ਹੁੰਦਾ ਸਰਕਾਰੀ ਬੱਸਾਂ 'ਚ ਆਉਣਾ ਹੁੰਦਾ ਉਹਨਾਂ ਨੇ ਤੁਹਾਨੂੰ ਚਲੋ ਤੁਸੀਂ ਹੁਣ ਡੀਸੀ ਦਫ਼ਤਰ ਦੇ ਵਿੱਚ ਬੈਠੇ ਹੋ ਕੱਲ ਪਹਿਲਾ ਦਿਨ ਸੀ 7:30 ਦਾ ਆਮ ਲੋਕ ਵੀ ਇਸ ਤੋਂ ਜਾਣੂ ਸੀ ਕੱਲ ਪਹਿਲਾਂ ਜਿਹੀ ਭੀੜ ਸੀ ਜਾਂ ਫਿਰ ਕੋਈ ਨਾਰਮਲ ਸੀ? ਦੇਖੋ ਜਿਹੜੀ ਗੱਲ ਸੀਐਮ ਸਾਹਿਬ ਨੇ ਕੀਤੀ ਕਿ ਆਮ ਜਨਤਾ ਨੂੰ ਸੁਖਾਲਾ ਕਰਨਾ ਕਿ ਆਮ ਜਨਤਾ ਠੰਡੇ ਆਪਣੇ ਕੰਮ ਕਰਵਾ ਕੇ ਵਾਪਸ ਮੁੜ ਜੇ ਪਰ ਤੁਸੀਂ ਜਿਵੇਂ ਵਿਵੇਕ ਜੀ ਗੱਲ ਕੀਤੀ ਦੂਰ ਦੁਰਾਡੇ ਪਿੰਡਾਂ ਤੁਸੀਂ ਦੂਰ ਦੁਰਾਡੇ ਪਿੰਡਾਂ ਦੀ ਗੱਲ ਛੱਡੋ ਦੂਰ ਦੁਰਾਡੇ ਸ਼ਹਿਰਾਂ ਦੀ ਗੱਲ ਕਰਦੇ ਆਪਾਂ ਕਿ ਮੰਨ ਲਓ ਜਿਹੜੀ ਰਜਿਸਟਰੀਆਂ ਦਾ ਕੰਮ ਹੈ ਰਜਿਸਟਰੀ ਜਿੱਥੇ ਹੋਣੀ ਹੈ ਮੰਨ ਲਓ ਅੰਮ੍ਰਿਤਸਰ ਦਾ ਬੰਦਾ ਰਹਿਣ ਵਾਲਾ ਹੈ ਤੇ ਉਹਦੀ ਜ਼ਮੀਨ ਮੁਹਾਲੀ 'ਚ ਹੈ ਉਹਨੇ ਮੁਹਾਲੀ ਰਜਿਸਟਰੀ ਕਰਾਉਣ ਜਾਣਾ ਹੈ ਤੇ ਪਹਿਲਾਂ ਉਹਨੂੰ ਅੰਮ੍ਰਿਤਸਰ ਤੋਂ ਮੁਹਾਲੀ ਜਾਣਾ ਪੈਣਾ ਉੱਥੇ ਜਾਏਗਾ ਹੁਣ 7:30 ਵਜੇ ਤੱਕ ਕੋਈ ਅੰਮ੍ਰਿਤਸਰ ਤੋਂ ਮੁਹਾਲੀ ਪਹੁੰਚ ਨਹੀਂ ਜਾਏਗਾ ਜੇ ਉਹ ਪਹੁੰਚੇਗਾ ਵੀ ਉਹਨੂੰ 11 ਵੱਜ ਜਾਣਗੇ 11 ਵਜੇ ਤੋਂ ਬਾਅਦ ਵਿੱਚ ਉਹ ਆਪਣੀ ਰਜਿਸਟਰੀ ਵਸੀਕਾ ਨਿਵੀਸ ਕੋਲ ਲਿਖਾਏਗਾ ਡਾਕੂਮੈਂਟ ਪੂਰੇ ਕਰੇਗਾ
1 ਵਜ ਜਾਣਾ। ਹੁਣ 1 ਵਜੇ ਜਦੋਂ ਰਜਿਸਟਰੀ ਲੈ ਕੇ ਉਹ ਅੰਦਰ ਰਜਿਸਟਰੀ ਕਰਾਉਣ ਲਈ ਜਾਊਗਾ ਤੇ ਉੱਥੇ ਪਹਿਲਾਂ ਤੋਂ ਰਸ਼ ਹੋਣਾ ਕਿ 1 ਵਜੇ ਤੋਂ ਲੈ ਕੇ 2 ਵਜੇ ਤੱਕ ਜੇ ਉਹਦੀ ਵਾਰੀ ਨਾ ਆਈ ਤੇ ਉਹਦੀ ਰਜਿਸਟਰੀ ਹੋਣੀ ਨਹੀਂ। 2 ਵਜੇ ਸਾਡਾ ਸਮਾਂ ਸਮਾਪਤ ਆ, ਸਾਡੇ ਕਰਮਚਾਰੀ ਨੂੰ ਉੱਠ ਕੇ ਘਰਾਂ ਨੂੰ ਚੱਲ ਜਾਣਾ ਤੇ ਫਿਰ ਪਬਲਿਕ ਨੂੰ ਸੁਖਾਲਾ ਕਿਵੇਂ ਹੋਇਆ? ਜਿਹੜਾ ਬੰਦਾ ਅੰਮ੍ਰਿਤਸਰ ਤੋਂ ਮੁਹਾਲੀ ਰਜਿਸਟਰੀ ਕਰਾਉਣ ਗਿਆ ਉਹਦੀ ਰਜਿਸਟਰੀ ਹੋਈ ਵੀ ਨਹੀਂ ਤੇ ਕੀ ਉਹ ਉੱਥੇ ਸਟੇ ਕਰੇਗਾ? ਜੇ ਵਾਪਸ ਆਏਗਾ ਅਗਲੇ ਦਿਨ ਫਿਰ ਜਾਏਗਾ ਤੇ ਫਿਰ ਇਹਦੇ ਨਾਲ ਪਬਲਿਕ ਸੌਖੀ ਕਿਵੇਂ ਹੋਗੀ? ਇਹਦੇ ਨਾਲ ਹੀ ਜਿਹੜੀਆਂ ਸਾਡੀਆਂ ਅਟਾਰਨੀਆਂ ਬਾਹਰਲੇ ਮੁਲਕਾਂ ਤੋਂ ਪਾਵਰ ਆਫ ਅਟਾਰਨੀਆਂ ਆਉਂਦੀਆਂ ਏ ਤੇ ਉਹ ਕਰਮਚਾਰੀ ਦੀ ਜ਼ਮੀਨ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ 'ਚ ਹੋ ਸਕਦੀ ਹੈ ਤੇ ਜੇ ਕਿਸੇ ਬਾਹਰਲੇ ਜ਼ਿਲ੍ਹੇ ਦੀ ਜ਼ਮੀਨ ਹੈ ਤੇ ਉਹਦੀ ਅਟਾਰਨੀ ਉਸ ਜ਼ਿਲ੍ਹੇ ਦੇ ਜਿਹੜੇ ਕਮਿਸ਼ਨਰ ਡਿਵੀਜ਼ਨ ਕੋ ਹੁੰਦੀ ਹੈ। ਜਲੰਧਰ ਡਿਵੀਜ਼ਨ ਹੈ, ਇਹਦੇ ਵਿੱਚ 7 ਜ਼ਿਲ੍ਹੇ ਪੈਂਦੇ ਆ। ਜੇ ਮੁਹਾਲੀ ਦੇ ਕਿਸੇ ਜੇ ਨਵਾਂ ਸ਼ਹਿਰ ਦੇ ਕਿਸੇ ਵਿਅਕਤੀ ਨੇ ਆਪਣੀ ਅਟਾਰਨੀ ਕਰਾਉਣੀ ਹੈ ਕਿ ਉਹਦੀ ਡਿਵੀਜ਼ਨ ਦੇ ਵਿੱਚ ਪ੍ਰਾਪਰਟੀ ਪੈਂਦੀ ਹੈ ਤੇ ਉਹਨੂੰ ਜਲੰਧਰ ਆਉਣਾ ਪੈਣਾ। ਸੋ ਉਹ ਵੀ ਸਮਾਂ ਜੇ ਬੰਦਾ ਦੂਰੋਂ ਆਏਗਾ ਤੇ ਉਹਦਾ ਕੰਮ ਪੂਰਾ ਨਹੀਂ ਹੋ ਸਕਣਾ। ਸੋ ਇਹ 7:30 ਤੋਂ 2 ਵਜੇ ਵਾਲਾ ਸਮਾਂ ਕਿਤੇ ਵੀ ਫਿੱਟ ਨਹੀਂ ਬੈਠਦਾ। ਤੁਸੀਂ ਹੁਣ 2 ਵਜੇ ਵੀ ਦੇਖ ਲਿਓ ਕਿ ਪਬਲਿਕ ਨਿਰਾਸ਼ ਹੋ ਕੇ ਗਈ ਹੈ ਕੱਲ ਵੀ ਕਿ 2 ਵਜੇ ਮੁਲਾਜ਼ਮ ਤਾਂ ਆਪਣੀ ਡਿਊਟੀ ਪੂਰੀ ਕਰਕੇ ਚਲੇ ਗਏ ਤੇ ਜਿਹੜੇ ਲੋਕ ਦੂਰੋਂ ਆਏ ਸੀਗੇ 2 ਤੋਂ ਲੈ ਕੇ 5 ਵਜੇ ਤੱਕ 3 ਘੰਟੇ ਸਮਾਂ ਆ। ਸੋ ਪਬਲਿਕ ਉਸ 3 ਘੰਟਿਆਂ ਵਿੱਚ ਆਪਣਾ ਕਿੰਨਾ ਕੰਮ ਕਰਵਾ ਸਕਦੀ ਆ ਜਿਹੜਾ ਕਿ ਉਹਨਾਂ ਦਾ ਨਹੀਂ ਹੋਇਆ ਔਰ ਉਹ ਨਿਰਾਸ਼ ਹੀ ਹੋ ਕੇ ਗਏ ਆ। ਤੇ ਇਸ ਕਰਕੇ ਨਾ ਤਾਂ ਕੋਈ ਪਬਲਿਕ ਨੂੰ ਸਹੂਲਤ ਮਿਲੀ ਹੈ ਤੇ ਨਾ ਹੀ ਨਾਲ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਗਿਆ ਹੈ। ਸੀਐਮ ਸਾਹਿਬ ਜਿਹੜੇ ਇਦਾਂ ਦੇ ਟ੍ਰਾਇਲ ਕਰਦੇ ਆ ਨਾ ਉਹ ਜਿਹੜੀ ਜ਼ਮੀਨੀ ਹਕੀਕਤ ਤੋਂ ਕਿਤੇ ਪਰੇ ਹੁੰਦੇ ਆ। ਜ਼ਮੀਨੀ ਹਕੀਕਤ ਨਾਲ ਜੁੜ ਕੇ ਇਦਾਂ ਦੇ ਫੈਸਲੇ ਲੈਣ। ਔਰ ਇੱਕ ਹਾਸੋਹੀਣੀ ਗੱਲ ਸੀਐਮ ਸਾਹਿਬ ਦੀ ਕਿ ਜਦੋਂ ਉਹਨਾਂ ਨੇ ਮੀਡੀਆ ਤੇ ਬਿਆਨ ਦਿੱਤਾ ਕਿ ਇਸ ਦਫ਼ਤਰਾਂ ਦਾ ਸਮਾਂ ਮੈਂ ਤਬਦੀਲ ਕਰਨ ਲੱਗਿਆ ਆ, ਇਸ ਸੰਬੰਧੀ ਮੇਰੀ ਮੁਲਾਜ਼ਮਾਂ ਨਾਲ ਵਿਚਾਰ ਚਰਚਾ ਹੋਈ। ਕੋਈ ਮੁਲਾਜ਼ਮ ਇੱਕ ਤਾਂ ਛੱਡੋ, ਕਿਉਂਕਿ ਜੇ ਅਸੀਂ ਜਥੇਬੰਦੀਆਂ ਚਲਾਉਣੇ ਤਾਂ ਸਾਡੇ ਜਥੇਬੰਦੀ ਦੇ ਕਿਸੇ ਇੱਕ ਪ੍ਰਧਾਨ ਨਾਲ ਵੀ, ਮੈਂ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦਾ ਸਟੇਟ ਪ੍ਰਧਾਨ ਆ, ਜੇ ਮੈਂ 3000 ਮੁਲਾਜ਼ਮ ਨੂੰ ਦੇਖਦਾ ਏ ਤੇ ਕੀ ਸੀਐਮ ਸਾਹਿਬ ਨੇ ਮੈਨੂੰ ਬੁਲਾ ਕੇ ਸੁਣਿਆ ਕਿ ਤੁਹਾਡੇ ਦਫ਼ਤਰਾਂ ਦਾ ਸਮਾਂ ਬਦਲਣ ਲੱਗੇ, ਕੀ ਤੁਹਾਡਾ ਕੀ ਵਿਚਾਰ ਆ? ਤੇ ਫਿਰ ਉਹ ਇਦਾਂ ਦੇ ਝੂਠੇ ਬਿਆਨ ਸੀਐਮ ਸਾਹਿਬ ਦੇ ਕੇ ਜੋ ਮਰਜ਼ੀ ਕਰੀ ਜਾਣ। ਪਰ ਇੱਕ ਗੱਲ ਜ਼ਰੂਰ ਸੀਐਮ ਸਾਹਿਬ ਯਾਦ ਰੱਖਣ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵਿੱਚ ਇਹਨਾਂ ਨੇ ਇਹੀ ਬਿਆਨ ਕੀਤੇ ਕਿ ਸਾਨੂੰ ਮਤਲਬ ਇੱਥੇ ਦੇ ਲੋਕਾਂ ਨੇ, ਪੰਜਾਬ ਵਾਸੀ ਨੇ ਬੜਾ ਵੱਡਾ ਫਤਵਾ ਦਿੱਤਾ। ਜੇ ਇੰਨਾ ਵੱਡਾ ਫਤਵਾ ਦਿੱਤਾ ਹੈ ਤੇ ਤੁਸੀਂ ਵੀ ਉਹਨਾਂ ਨੂੰ ਉੱਦਾਂ ਦਾ ਚੰਗੇ ਸੁਨੇਹੇ ਦਿਓ, ਚੰਗੇ ਕੰਮ ਕਰੋ। ਜੇ ਸੰਗਰੂਰ ਜਿਮਨੀ ਚੋਣ ਸੀਐਮ ਸਾਹਿਬ ਹਾਰੇ ਹੈ ਤੇ ਜਲੰਧਰ ਜਿਮਨੀ ਚੋਣ ਵੀ ਸੀਐਮ ਸਾਹਿਬ ਹਾਰਨਗੇ, ਕਿਉਂਕਿ ਇੱਕ ਬਹੁਤ ਵੱਡਾ ਵੋਟ ਬੈਂਕ ਜਿਹੜਾ ਸਾਡੇ ਮੁਲਾਜ਼ਮਾਂ ਦਾ ਆ। ਜੇ ਮੈਂ ਇੱਕ ਮੁਲਾਜ਼ਮ ਆ ਤੇ ਮੇਰੇ ਪਿੱਛੇ 6 ਮੈਂਬਰ ਆ, 6 ਵੋਟਾਂ ਹੋ ਗਈਆਂ ਮੇਰੀਆਂ। ਤੇ ਜੇ ਸਾਡਾ ਮਤਲਬ 3000 ਮੁਲਾਜ਼ਮ ਆ ਤੇ ਤੁਸੀਂ ਗੁਣਾ ਕਰ ਲਓ, ਜੇ 6 ਵੋਟਾਂ ਮੇਰੇ ਪਰਿਵਾਰ ਦੀਆਂ ਤੇ ਮੇਰੇ ਨੀਅਰੈਸਟ ਡੀਅਰੈਸਟ ਮੇਰੀ ਮਾਸੀ ਭੂਆ ਸਾਰੇ ਹੈਗੇ ਨਾ। ਸੋ ਇੱਕ ਬਹੁਤ ਵੱਡਾ ਵੋਟ ਬੈਂਕ ਜਿਹੜਾ ਸਾਡਾ ਮੁਲਾਜ਼ਮਾਂ ਦਾ ਆ ਤੇ ਫਿਰ ਉਹ ਜਿਹੜਾ ਮੁਲਾਜ਼ਮਾਂ ਦਾ ਵੋਟ ਆ ਉਹ ਅਸੀਂ ਇਸ ਸਰਕਾਰ ਨੂੰ ਕਦੀ ਨਹੀਂ ਦੇਵਾਂਗੇ ਜਿਹੜੀ ਸਰਕਾਰ ਸਾਨੂੰ ਪਰੇਸ਼ਾਨ ਕਰਦੀ ਹੈ। ਬਹੁਤ ਬਹੁਤ ਸਮਾਂ ਤਜਿੰਦਰ ਜੀ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਸੋ ਇਹ ਸਨ ਸਾਡੇ ਨਾਲ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸਟੇਟ ਪ੍ਰੈਜ਼ੀਡੈਂਟ ਤਜਿੰਦਰ ਸਿੰਘ, ਜਿਨ੍ਹਾਂ ਨੇ 7:30 ਵਜੇ ਵਾਲੇ ਸਮੇਂ ਨੂੰ ਲੈ ਕੇ ਸਰਕਾਰ ਨਾਲ ਥੋੜ੍ਹੀ ਜਿਹੀ ਨਾਰਾਜ਼ਗੀ ਜ਼ਰੂਰ ਦਿਖਾਈ ਹੈ। ਪਰ ਉੱਥੇ ਹੀ ਜੇਕਰ ਗੱਲ ਕਰੀਏ ਜਲੰਧਰ ਜਿਮਨੀ ਚੋਣਾਂ ਦੀ ਤਾਂ ਉਸ ਦੇ ਉੱਤੇ ਵੀ ਥੋੜ੍ਹੀ ਜਿਹੀ ਆਪਣੀ ਪ੍ਰਤੀਕਿਰਿਆ ਜ਼ਰੂਰ ਦਿੱਤੀ ਹੈ। ਪਰ ਸੋਚਣ ਮੁਤਾਬਕ ਇਹ ਵੀ ਹੈ ਕਿ ਜੇਕਰ ਮਹਿਲਾਵਾਂ ਦੀ ਗੱਲ ਕਰੀਏ, ਕਰਮਚਾਰੀ ਮਹਿਲਾਵਾਂ ਨੇ, ਉਹਨਾਂ ਨੇ ਘਰ ਪਰਿਵਾਰ ਵੀ ਦੇਖਣਾ ਹੈ। ਸੋ ਸਵੇਰੇ 7:30 ਵਜੇ ਦਾ ਟਾਈਮ ਕੀ ਠੀਕ ਹੈ? ਜੇਕਰ ਉਹਨਾਂ ਨੇ ਕਿਹਾ ਕਿ ਟਰਾਇਲ ਹੈ ਤਾਂ ਟਰਾਇਲ ਬੜਾ ਗਲਤ ਹੈ। ਸੋ ਤੁਹਾਨੂੰ ਇਹ ਸਾਡਾ ਇੰਟਰਵਿਊ ਕਿਵੇਂ ਦਾ ਲੱਗਾ? ਆਪ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਕੈਮਰਾਮੈਨ ਅੰਕਿਤ ਦੇ ਨਾਲ ਵਿਵੇਕ ਕੁਮਾਰ, ਜਲੰਧਰ।